ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਮਹਾਨ ਬਖਸ਼ਿਸ਼ ਦੁਆਰਾ ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ 400 ਸਾਲਾ ਸ਼ਤਾਬਦੀ ਪ੍ਰਕਾਸ਼ ਉਤਸਵ ਜੋ ਕਿ ਸੰਨ 2021 ਦੇ ਵਿੱਚ 5 ਵਿਸਾਖ ਨੂੰ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਵਿੱਚ 400 ਸਾਲਾ ਜਿਹੜਾ ਦਿਵਸ ਮਨਾਇਆ ਜਾ ਰਿਹਾ ਸ਼ਤਾਬਦੀ, ਉਹਦੇ ਸੰਬੰਧ ਦੇ ਵਿੱਚ ਉਪਰਾਲਾ ਕੀਤਾ ਗਿਆ ਹੈ। ਕਿਉਂਕਿ ਜਦੋਂ ਇਹ ਸ਼ਤਾਬਦੀ ਸ਼ੁਰੂ ਹੁੰਦੀ ਹੈ ਅਤੇ ਉਹ ਇਹਦੀ ਜਿਹੜੀ ਸ਼ੁਰੂਆਤ ਹੁੰਦੀ 1 ਸਾਲ ਪਹਿਲਾਂ ਹੁੰਦੀ, ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਆਪ ਜੀ ਨੇ ਉਹਨਾਂ ਦੀ ਸ਼ਤਾਬਦੀ 550 ਸਾਲਾ ਜਿਹੜਾ ਸੁਲਤਾਨਪੁਰ ਲੋਧੀ ਦੇ ਵਿੱਚ ਮਨਾਇਆ ਗਿਆ ਸੀਗਾ, ਅਤੇ ਉਹ 1 ਸਾਲ ਪਹਿਲਾਂ ਸ਼ੁਰੂ ਸੋ ਆ ਸਮੇਂ ਦੀ ਲਿਆਕਤ ਮੁਤਾਬਕ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਸਰਕਾਰ ਵੱਲੋਂ ਇਸ ਦੀ ਮਾਨਤਾ ਦੇ ਦਿੱਤੀ ਗਈ ਹੈ। ਅਤੇ ਇਹਨਾਂ ਨੇ ਤਰੀਕਾਂ ਜਿਹੜੀਆਂ ਨਿਯੁਕਤ ਕਰਨੀਆਂ ਸੀਗੀਆਂ, ਔਰ ਇਹ ਜੋ ਵਿਸਾਖ ਦਾ ਮਹੀਨਾ ਲੰਘ ਕੇ ਗਏ 5 ਵਿਸਾਖ ਤੋਂ ਇਸ ਦੀ ਸ਼ੁਰੂਆਤ ਕਰਨੀ ਸੀ। ਉਹ ਕੁਦਰਤੀ ਹੈ ਜਿਹੜਾ ਦੌਰ ਚੱਲਿਆ ਹੈ, ਉਹਦੇ ਕਾਰਨ ਕਰਕੇ ਉਹ ਕੁਝ ਕਿਉਂਕਿ ਇਕੱਤਰਤਾ ਨਹੀਂ ਹੋ ਨਹੀਂ ਸਕਦੀ, ਉਸ ਕਾਰਨ ਕਰਕੇ ਥੋੜ੍ਹਾ ਕੁ ਸ਼ੁਰੂ ਨਹੀਂ ਹੋ ਸਕਿਆ। ਚਲੋ ਸ਼ੁਰੂ ਕੀਤਾ ਗਿਆ ਵਾ। ਹੁਣ ਆਮ ਵਿਦਵਾਨ ਜਿਹੜੇ ਉਹ ਕਥਾ ਕੀਰਤਨ ਰਾਹੀਂ ਟੈਲੀਕਾਸਟ ਕਰ ਰਹੇ ਆ, ਸੋ ਇਹ ਅਸੀਂ ਵੀ ਇਸ ਦਾ ਥੋੜ੍ਹਾ ਕੁ ਉਪਰਾਲਾ ਕੀਤਾ, ਕਿਉਂਕਿ ਹੁਣ ਉੱਦਾਂ ਤਾਂ ਇਕੱਤਰਤਾ ਹੋ ਨਹੀਂ ਸਕਦੀ, ਕਿਉਂਕਿ ਅਜੇ ਲਾਕਡਾਊਨ ਚੱਲ ਰਿਹਾ ਅਤੇ ਨਾਲ ਦੂਸਰਾ ਜਿਹੜੇ ਸਮਾਂ ਵੀ ਜਿਹੜਾ ਠੀਕ ਨਹੀਂ ਹੈ ਜੇ ਪਤਾ ਨਹੀਂ ਕਿੰਨਾ ਚਿਰ ਤੱਕ ਕਿਉਂਕਿ ਬਹੁਤੀ ਇਕੱਤਰਤਾ ਤਾਂ ਹੋ ਨਹੀਂ ਸਕਦੀ। ਸੋ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਆਸਰਾ ਲੈ ਕੇ ਅਸੀਂ ਉਪਰਾਲਾ ਕੀਤਾ ਕਿ ਚਲੋ ਜਿਵੇਂ ਸਿਸਟਮ ਚੱਲ ਪਿਆ ਹੁਣ ਮੋਬਾਇਲਾਂ ਦਾ, ਅਤੇ ਉਹਦੇ ਵਿੱਚ ਇਹ ਹੈ ਕਿ ਇਹ ਆਪਾਂ ਇੱਥੇ ਇਹਨੂੰ ਇਕੱਤਰ ਅਤੇ ਇਕਾਂਤ ਦੇ ਵਿੱਚ ਵੀ ਇਸ ਨੂੰ ਆਪਾਂ ਨਾ ਕੋਈ ਬਹੁਤੀ ਆਪਾਂ ਅਜਮਾਇਸ਼ ਕਰੀਏ, ਅਤੇ ਉਹਦੇ ਨਾਲ ਇਹ ਹੈ ਕਿ ਜਦੋਂ ਕਿਉਂ ਹੁਣ ਸਮਾਂ ਨਹੀਂ ਠੀਕ, ਇਸ ਕਾਰਨ ਕਰਕੇ ਉਹ ਜਿਹੜੀ ਬਹੁਤੀ ਇਕੱਤਰਤਾ ਸੀ ਉਹਦੇ ਦੁਆਰਾ ਨਹੀਂ ਐਸਾ ਪ੍ਰਚਾਰ ਹੋ ਸਕਦਾ, ਜਾਂ ਇਹ ਸ਼ੁਰੂਆਤ ਨਹੀਂ। ਚਲੋ ਅਸੀਂ ਇਸ ਹਿਸਾਬ ਨਾਲ ਥੋੜ੍ਹਾ ਕੁ ਖਿਆਲ ਕੀਤਾ ਹੈ, ਇਸ ਤਰ੍ਹਾਂ ਥੋੜ੍ਹੀ ਵਿਚਾਰ ਕੀਤੀ ਹੈ ਕਿ ਚਲੋ ਇਸ ਤਰ੍ਹਾਂ ਆਪਣਾ ਘਰਾਂ ਦੇ ਵਿੱਚ ਹੀ ਜਾਂ ਜਿੱਥੇ ਵੀ ਕੋਈ ਧਾਰਮਿਕ ਸਥਾਨ ਹੈ ਜਾਂ ਕਿਤੇ ਵੀ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਵੈਸੇ ਹੁਕਮ ਆ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇਹ ਅੰਕਿਤ ਆਉਂਦਾ ਹੈ ਕਿ ਘਰ ਘਰ ਵਿੱਚ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋ। ਉਹ ਸਮਾਂ ਆ ਗਿਆ ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ। ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਕਿਰਪਾ ਕਰਦੇ, ਉਹ ਕਹਿੰਦੇ ਕਿ ਘਰ ਘਰ ਦੇ ਵਿੱਚ ਧਰਮਸ਼ਾਲਾ ਜਿੱਥੇ ਪਰਮਾਤਮਾ ਦਾ ਨਾਮ ਹੋਣਾ ਚਾਹੀਦਾ ਵਾ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੋਵਾ। ਉਹਦੇ ਮੁਤਾਬਕ ਇਹ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਸੋ ਉਪਰਾਲਾ ਕੀਤਾ ਕਿ ਜਿਹੜੀ ਇਹ ਸ਼ਤਾਬਦੀ ਆ ਰਹੀ ਆ ਸੰਨ 2021 ਦੇ ਵਿੱਚ
क्योंकि सतगुरु श्री गुरु तेग बहादुर साहब सच्चे पातशाह महाराज जी का जिहड़ा जन्म वो श्री ਅੰਮ੍ਰਿਤਸਰ ਦੇ ਵਿੱਚ ਗੁਰੂ ਕੇ ਮਹਿਲ ਦੇ ਵਿੱਚ ਹੋਇਆ ਸੀਗਾ सन 1621 ਦੇ ਵਿੱਚ। ਉੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗੁਰੂ ਕੇ ਮਹਿਲ ਦੇ ਵਿੱਚ ਜਨਮ ਹੋਇਆ ਸੀਗਾ ਨੌਵੇਂ ਪਾਤਸ਼ਾਹ। ਉਹ ਜਿਹੜਾ ਉੱਥੇ ਜਨਮ ਹੋਇਆ ਹੈ ਉਹ ਹੁਣ ਉੱਥੇ ਇੱਕ ਤਾਂ ਕਿਸੇ ਨੇ ਇਹ ਵੀ ਵਿਚਾਰ ਦਿੱਤੀ ਵੀ ਜਨਮ ਉੱਥੇ ਹੋਇਆ ਅਤੇ ਇਹ ਕੋਈ ਇਸ ਤਰ੍ਹਾਂ ਬਾਬਾ ਬਕਾਲਾ ਸਾਹਿਬ ਦੇ ਵਿੱਚ ਕਿਉਂ ਮਨਾ ਰਹੇ। ਜੋ ਭਾਈ ਜਨਮ ਠੀਕ ਜਿੱਥੇ ਮਰਜ਼ੀ ਹੋਵੇ, ਚਲੋ ਇੱਕ ਤਾਂ ਉੱਥੇ ਦੀ ਇੱਕ ਹੋਰ ਵੀ ਆਪਾਂ ਥੋੜ੍ਹੀ ਕਹਿ ਸਕਦੇ ਵੀ ਉਹਦੀ ਜਗ੍ਹਾ ਵੀ ਜਿਹੜੀ ਘੱਟ ਹੈ। ਹੁਣ ਸ਼ਹਿਰ ਦੇ ਵਿੱਚ ਆ, ਹੁਣ ਉਹ ਉੱਥੇ ਇੰਨੀ ਸਮਾਈ ਵੀ ਨਹੀਂ ਹੋ ਸਕਦੀ। ਪਹਿਲਾਂ ਤਾਂ ਇਹ ਮਿਸਾਲ। ਦੂਸਰੀ ਇਹ ਮਿਸਾਲ ਕਿ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸਿਰਫ ਉੱਥੇ ਥੋੜ੍ਹਾ ਸਮਾਂ ਟਿਕੇ ਆ। ਉਹਨਾਂ ਦਾ ਜਿਹੜਾ ਜਦੋਂ ਜਨਮ ਹੋ ਗਿਆ ਅਤੇ ਉਹ ਛੇਤੀ ਬਾਅਦ ਉਹ ਤਾਂ ਰਹੇ ਇੱਧਰ ਆ ਸਾਰਾ। ਉਹ ਉੱਥੇ ਤਾਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਪਰਮ ਪਿਤਾ ਜੀ ਜਿਹੜੇ ਆ ਉਹਨਾਂ ਨੇ ਆਪਣੇ ਫਿਰ ਕੀਰਤਨਪੁਰ ਸਾਹਿਬ ਜਿਹੜਾ ਉਹ ਵਿਛਾਇਆ ਸੀ ਸ਼ਹਿਰ, ਉੱਥੇ ਚਲ ਗਏ। ਅਤੇ ਉਦੋਂ ਵੀ ਛੋਟੀ ਅਵਸਥਾ ਸੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨਵੇਂ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ, ਉਦੋਂ ਵੀ ਛੋਟੀ ਅਵਸਥਾ ਵਿੱਚ ਸੀਗੇ ਉੱਥੇ ਜਦੋਂ ਗਏ। ਉਸ ਤੋਂ ਬਾਅਦ ਉੱਥੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਦੋਂ ਜਨਮ ਹੋ ਗਿਆ 1621 ਦੇ ਵਿੱਚ, ਅਤੇ ਮੇਰੇ ਪਾਤਸ਼ਾਹ ਜੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਕੀਰਤਨਪੁਰ ਦੇ ਵਿੱਚ ਗਏ ਆ। ਔਰ ਖਾਸ ਕਰਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਪਾਵਨ ਸਥਾਨ ਸ੍ਰੀ ਬਾਬਾ ਬਕਾਲਾ ਸਾਹਿਬ ਹੈ। ਸਭ ਤੋਂ ਪਹਿਲਾਂ ਜੋ ਇਤਿਹਾਸ ਦੇ ਵਿੱਚ ਇਹ ਮਿਲਦਾ ਕਿ ਜਿਹੜਾ ਸਭ ਤੋਂ ਪਹਿਲਾਂ ਮੇਰੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਵਿੱਚ ਆਏ ਆ। ਕਿਉਂਕਿ ਇੱਥੇ ਆਣ ਕੇ ਪਹਿਲਾਂ ਉਹਨਾਂ ਨੇ ਜਦੋਂ ਉੱਥੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜਨਮ ਤੋਂ ਬਾਅਦ ਗੁਰੂ ਜਿਹੜਾ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਉੱਥੋਂ ਆਪਣਾ ਉਹਨਾਂ ਨੇ ਚਾਲੇ ਪਾਏ ਅਤੇ ਸ੍ਰੀ ਬਾਬਾ ਬਕਾਲਾ ਸਾਹਿਬ ਵਿੱਚ ਆਣ ਕੇ ਅਤੇ ਫਿਰ ਕੀਰਤਨਪੁਰ ਦੇ ਵਿੱਚ ਉਹਨਾਂ ਨੇ ਉਹ ਸ਼ਹਿਰ ਜਿਹੜਾ ਵਸਾਇਆ, ਜਿਹੜੇ ਆਮ ਵਿਦਵਾਨਾਂ ਦੀ ਜਿਹੜੀ ਮਿਲਦੀ ਆ ਲਿਖਤਾਂ ਮਿਲਦੀਆਂ ਜਿਹਦੇ ਵਿੱਚ ਦੱਸਿਆ ਗਿਆ ਪ੍ਰਗਟਾਵਾ ਕੀਤਾ ਹੈ, ਅਤੇ ਉਹ ਉੱਥੇ ਹੀ ਸਾਰਾ ਕੀਤਾ ਗਿਆ ਸੀ। ਇਸ ਕਾਰਨ ਕਰਕੇ ਜੇ ਆਪਾਂ ਇਹ ਲਾਈਏ ਵੀ ਗੁਰੂ ਸਾਹਿਬ ਜੀ ਦਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨਵੇਂ ਪਾਤਸ਼ਾਹ ਦਾ ਜਨਮ ਜਿਹੜਾ ਉਹ ਉੱਥੇ ਗੁਰੂ ਕੇ ਮਹਿਲ ਅੰਮ੍ਰਿਤਸਰ ਦੇ ਵਿੱਚ ਹੋਇਆ ਸੀ। ਅਤੇ ਜ਼ਿਆਦਾਕਾਰ ਜੋ ਇਤਿਹਾਸ ਦੀਆਂ ਜੋ ਸਾਨੂੰ ਜ਼ਿਆਦਾ ਇਹਦਾ ਇਹੀ ਪ੍ਰੂਫ ਮਿਲੇਗਾ ਵਿਦਵਾਨਾਂ ਦੇ ਜੋ ਲਿਖਤਾਂ ਉਹਦੇ ਮੁਤਾਬਕ, ਜਾਂ ਗੁਰੂ ਪਾਤਸ਼ਾਹ ਜੀ ਉੱਥੇ ਬਹੁਤਾ ਚਿਰ ਨਹੀਂ ਗਏ ਟਿਕੇ। ਛੋਟੀ ਅਵਸਥਾ ਦੇ ਵਿੱਚ ਕੀਰਤਨਪੁਰ ਸਾਹਿਬ ਵਿੱਚ ਚਲ ਗਏ। ਉੱਥੋਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਤਪੱਸਿਆ ਕਰਨ ਵਾਸਤੇ ਸ੍ਰੀ ਬਾਬਾ ਬਕਾਲਾ ਸਾਹਿਬ ਵਿੱਚ ਭੇਜਿਆ ਹੈ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਨੇ। ਕੀਰਤਨਪੁਰ ਤੋਂ ਆਏ ਸੀਗੇ। ਜਿੰਨੀਆਂ ਆਮ ਲਿਖਤਾਂ ਮਿਲਦੀਆਂ, ਜਿਹੜੀਆਂ ਇਤਿਹਾਸ ਦੀਆਂ ਜੋ ਕੜੀਆਂ ਮਿਲਦੀਆਂ, ਉਹਦੇ ਵਿੱਚ ਇਹੀ ਲਿਖਤ ਦੇ ਵਿੱਚ ਆਉਂਦਾ ਹੈ ਮੇਰੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮਹਾਰਾਜ ਜੀ ਜਿਹੜੇ ਆ ਉਹਨਾਂ ਨੇ ਉੱਥੋਂ ਛੇਤੀ ਫਿਰ ਜਿਹੜੀ ਆ ਕੀਰਤਨਪੁਰ ਸਾਹਿਬ ਦਾ ਸ਼ਹਿਰ ਵਸਾਇਆ ਤਾ। ਹੁਣ ਉੱਥੇ ਵੀ ਜਿਹੜਾ ਵਾ ਕੀਰਤਨਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਆਪਣੇ ਕਰ ਕਮਰਾਂ ਨਾਲ ਵਸਾਇਆ ਹੋਇਆ ਹੈ। ਅਤੇ ਉੱਥੇ ਹੁਣ ਜ਼ਿਆਦਾ ਸਮਾਂ ਮੇਰੇ ਪਾਤਸ਼ਾਹ ਜੀ ਉੱਥੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੱਚਖੰਡ ਪਿਆਣੇ ਉਹ ਵੀ ਉੱਥੋਂ ਕੀਤੇ ਕੀਰਤਨਪੁਰ ਸਾਹਿਬ ਤੋਂ। ਅਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਅਤੇ ਮਾਤਾ ਗੁਜਰ ਕੌਰ ਜੀ ਅਤੇ ਮਾਤਾ ਨਾਨਕੀ ਜੀ ਦਾ ਜਿਹੜਾ ਜ਼ਿਆਦਾ ਇਕਾਂਤ ਵਾ ਅਤੇ ਜਿਹੜਾ ਜ਼ਿਆਦਾ ਸਮਾਂ ਵਾ ਇੱਥੇ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਵਿੱਚ ਹੀ ਉਹਨਾਂ ਨੇ ਗੁਜ਼ਰਾਨ ਕੀਤੀ। ਇੱਥੇ ਹੀ ਰਹੇ ਹੁਣ 26 ਸਾਲ 9 ਮਹੀਨੇ 13 ਦਿਨ। ਇਹ ਲਗਾਤਾਰ ਇਹ ਇਤਿਹਾਸ ਦੀ ਕੜੀ ਕਹਿੰਦੀ ਹੈ, ਇਤਿਹਾਸ ਵਿੱਚ ਲਿਖਿਆ ਹੈ। ਔਰ ਇਹ ਜੋ
ਵਿਦਵਾਨਾਂ ਦਾ ਕਹਿਣਾ ਜਾਂ ਲਿਖਤਾਂ ਵੀ ਮਿਲਦੀਆਂ, ਔਰ ਇਹ ਸਾਰਿਆਂ ਨੂੰ ਪਤਾ ਕਿ ਇਸ ਸ੍ਰੀ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਮੇਰੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਤਕਰੀਬਨ 27 ਕੁ ਸਾਲ ਦਾ ਸਮਾਂ ਜਿਹੜਾ ਇੱਥੇ ਹੀ ਬਤੀਤ ਕੀਤਾ। ਇੱਥੇ ਹੀ ਉਹਨਾਂ ਦੀ ਇਹਦਾ ਇੱਥੋਂ ਤੇ ਹੀ ਆਪਾਂ ਨੂੰ ਇਹ ਸਾਬਤ ਹੋ ਗਿਆ ਕਿ ਮੇਰੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਾ ਬਕਾਲਾ ਸਾਹਿਬ ਦੇ ਵਿੱਚ 27 ਸਾਲ ਦਾ ਸਮਾਂ ਉਹਨਾਂ ਨੇ ਇੱਥੇ ਗੁਜ਼ਰਾਨ ਕੀਤੀ। ਤਪ ਵੀ ਇੱਥੇ ਕੀਤਾ, ਬਾਕੀ ਜੀਵਨ ਵੀ ਜਿਹੜਾ ਇੱਥੇ ਹੀ ਬਤੀਤ ਕੀਤਾ। ਇਹਦਾ ਮਤਲਬ ਇਹ ਬਾਬਾ ਬਕਾਲਾ ਸਾਹਿਬ ਦੇ ਵਿੱਚ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਜਾਂ ਇਹਨਾਂ ਨੇ ਜੋ ਹੈਗੇ ਆ ਨੁਮਾਇੰਦੇ, ਉਹਨਾਂ ਨੇ ਬੜਾ ਵਧੀਆ ਫੈਸਲਾ ਲਿਆ। ਬਹੁਤ ਇਹ ਕੋਈ ਇਹਦੇ ਵਿੱਚ ਕੋਈ ਤਰਕ ਕਰਨ ਵਾਲੀ ਕੋਈ ਗੱਲ ਨਹੀਂ ਗੀ, ਕਿਉਂਕਿ ਜਦੋਂ ਪਾਤਸ਼ਾਹ ਨੇ ਸਮਾਂ ਹੀ ਇੱਥੇ ਬਤਾਇਆ, ਹੁਣ 27 ਸਾਲ ਦਾ ਸਮਾਂ ਜਿਹੜਾ ਇੱਥੇ ਗੁਜ਼ਰਾਨ ਕੀਤੀ ਆ, ਅਤੇ ਫਿਰ ਇਹਦਾ ਮਤਲਬ ਵੀ ਇੱਥੇ ਹੱਕ ਵੀ ਬਣਦਾ। ਇੱਥੇ ਇੱਕ ਇਹ ਜਿਹੜਾ ਹੁਣ ਉਹਨਾਂ ਨੇ ਇਹ ਸ਼ਤਾਬਦੀ, ਕਿਉਂ ਜਦੋਂ ਉਹਨਾਂ ਕੋਲ ਕਰੀਦਾ ਇੱਥੋਂ ਵਿਚਾਰ ਲਈਦੀ ਇਹਨਾਂ ਦੇ ਜੋ ਇੱਥੇ ਦੇ ਆਪਣੇ ਹੈਗੇ ਆ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਨੁਮਾਇੰਦੇ, ਉਹ ਕਹਿੰਦੇ ਵੀ ਇਹ ਇਸੇ ਕਰਕੇ ਫੈਸਲਾ ਗਿਆ ਕਿ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦਾ ਜਨਮ ਇੱਥੇ ਹੋਇਆ, ਅਤੇ ਗੱਲ ਵੀ ਠੀਕ ਹੈ। ਇਹ ਆਪਣੇ ਜਨਮ ਉੱਥੇ ਹੋਇਆ ਅਤੇ ਗੁਜਰਾਨ ਇੱਥੇ ਹੋਈ ਆ। ਜਨਮ ਉਹਨਾਂ ਦਾ ਗੁਰੂ ਕੇ ਮਹਿਲ ਦੇ ਵਿੱਚ ਹੋਇਆ, ਸ੍ਰੀ ਅੰਮ੍ਰਿਤਸਰ ਦੇ ਵਿੱਚ, ਅਤੇ ਬਾਕੀ ਸਾਰਾ ਸਮਾਂ ਕੀਰਤਨਪੁਰ ਅਤੇ ਇੱਥੇ ਆਪਣਾ ਬਾਬਾ ਬਕਾਲਾ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ, ਜਾਂ ਅਸ਼ਾਮ ਪਟਨਾ ਸਾਹਿਬ ਵੱਲ ਜਿੱਧਰੋਂ ਮੇਰੇ ਪਾਤਸ਼ਾਹ ਜੀ ਗਏ ਸੀ, ਉਹਨਾਂ ਦੇ ਉਹ ਜਿਹੜੀ ਗੁਜਰਾਨ ਸਾਰੀ ਇਸ ਪੰਜਾਬ ਦੀ ਧਰਤੀ ਦੇ ਵਿੱਚ, ਜਾਂ ਥੋੜ੍ਹਾ ਪੰਜਾਬ ਤੋਂ ਬਾਹਰ ਵੀ ਗਏ ਮੇਰੇ ਪਾਤਸ਼ਾਹ ਜੀ। ਉਹਨਾਂ ਨੇ ਅਸਾਮ ਦੇ ਵਿੱਚ, ਹੁਣ ਉੱਧਰ ਦੇਖੋ ਉੱਥੋਂ ਤੱਕ ਉੱਥੇ 6-7 ਸਾਲ ਅਤੇ ਉੱਥੇ ਉਹਨਾਂ ਨੇ ਗੁਜਰਾਨ ਕੀਤੀ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਜਨਮ ਹੋਇਆ। ਕਹਿਣ ਤੋਂ ਭਾਵ ਕਿ ਇਹ ਜਿਹੜਾ ਇੱਥੇ ਬਾਬਾ ਬਕਾਲਾ ਸਾਹਿਬ ਦੇ ਵਿੱਚ 400 ਸਾਲਾ ਸ਼ਤਾਬਦੀ ਮਨਾਈ ਜਾਣੀ ਆ, ਉਹ ਇਹ ਆ ਜਿਹੜੇ ਅਜੋਕੇ ਸਮੇਂ ਵਿੱਚ ਜੋ ਹੋਈ, ਇਹਦੇ ਕਾਰਨ ਕਰਕੇ ਉਹ ਜਿਹੜੇ ਇੱਥੇ ਦੇ ਨੁਮਾਇੰਦੇ ਉਹਨਾਂ ਕਿਹਾ ਕਿ ਮਨਾਉਣਾ ਇੱਥੇ ਹੀ ਹੈ, ਪਰ ਹੁਣ ਇਹ ਇਹਨਾਂ ਦੀ ਸਲਾਹ ਮਸ਼ਵਰਾ ਹੋਣਾ ਸੀ, ਔਰ 5 ਜਿਹੜੀ ਆ ਲੰਘ ਕੇ 5 ਵਿਸਾਖ ਲੰਘ ਕੇ ਗਿਆ, ਉਦੋਂ ਇਹਨਾਂ ਨੇ ਇਹ ਸ਼ੁਰੂ ਕਰਨਾ। ਹੁਣ ਵੀ ਸ਼ਾਇਦ ਮੇਰੇ ਖਿਆਲ ਕੋਈ ਨਾ ਕੋਈ ਉਪਰਾਲਾ ਕਰਨਗੇ, ਜਾਂ ਜੇ ਤਾਂ ਸਿਸਟਮ ਚੱਲ ਪਿਆ ਲੈਬ ਦੇ ਰਾਹੀਂ, ਕਿਉਂਕਿ ਆਪਾਂ ਇਕੱਠੇ ਨਹੀਂ ਹੋ ਸਕਦੇ ਸਾਰੇ, ਬਹੁਤਾ ਵੱਡਾ ਆਪਾਂ ਹੁਣ ਇਕੱਠ ਨਹੀਂ ਕਰ ਸਕਦੇ, ਨਾ ਗੁਰਦੁਆਰੇ ਦੇ ਵਿੱਚ ਨਾ ਕਿਤੇ ਵੀ। ਇਸ ਕਾਰਨ ਕਰਕੇ ਉਹ ਜਿਹੜੀ ਆਮ ਹੁਣ ਇਹ ਵਿਚਾਰ ਹੋ ਰਹੀ ਆ ਕਿ ਇਸ ਨੂੰ ਮਨਾਉਣਾ ਤਾਂ ਹੈਗੀ, ਸ਼ਤਾਬਦੀ ਤੇ ਮੰਨੀ ਜਾਣੀ ਆ, ਉਦੋਂ ਨੂੰ ਇਹ ਸਾਰਾ ਠੀਕ ਹੋ ਜਾਣਾ ਸਿਸਟਮ, ਅਜੇ ਹੈਗਾ ਸਾਲ ਹੈਗਾ। ਇਸ ਕਾਰਨ ਕਰਕੇ ਇਹ ਅਸੀਂ ਵਿਚਾਰ ਕੀਤੀ ਕਿ ਅਸੀਂ ਵੀ ਇਸ ਦਾ ਕੋਈ ਨਾ ਕੋਈ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਨਮ, ਉਹਦੇ ਬਾਰੇ ਉਹਨਾਂ ਦੀ ਸ਼ਤਾਬਦੀ ਮਨਾਉਣ ਵਾਸਤੇ ਆਪਾਂ ਵੀ ਉਪਰਾਲਾ ਕੀਤਾ ਵੀ ਚਲੋ ਇਸ ਤਰ੍ਹਾਂ ਹੀ ਜਿਵੇਂ ਆਕਾਂਤ ਦੇ ਵਿੱਚ ਇਕੱਲੇ ਵੀ ਰਹਿ ਕੇ ਆਪਾਂ ਕਰ ਸਕਦੇ, ਕਰਨਾ ਅਤੇ ਉਹਦਾ ਪਾਤਸ਼ਾਹ ਜੀ ਦਾ ਦਿਨ ਮਨਾਉਣਾ ਅਤੇ ਉਹਦੀ ਯਾਦਗਾਰ ਮਨਾਉਣੀ, ਅਤੇ ਉਹਦਾ ਇਤਿਹਾਸ ਦੀ ਵਿਚਾਰ ਜਾਂ ਕੋਈ ਇਸੇ ਕਾਰਨ ਕਰਕੇ, ਜਾਂ ਕੋਈ ਉਹਨਾਂ ਦਾ ਜੋ ਹੈਗਾ ਜੀਵਨ ਦੇ ਬਾਰੇ ਆਪਾਂ ਇਹੋ ਜਾਗਰੂਕ ਦੇਣੀ। ਹੁਣ ਮੇਰੇ ਤਾਂ ਖਿਆਲ ਵੀ ਆ ਬਹੁਤ ਵਧੀਆ ਸਿਸਟਮ ਹੈ ਕਿ ਮੈਂ ਇੱਕ ਗੁਰੂ ਪਿਆਰੇ ਕੋ ਬਹੁਤ ਸਿਆਣਾ ਸੀ, ਉਹਨੂੰ ਮੈਂ ਕਿਹਾ ਭਾਈ ਮਨ ਵਿੱਚ ਬੜੀ ਤਾਂ ਗਿਆ, ਅਤੇ ਇਹ ਅਸੀਂ ਤਾਂ ਤਿਆਰੀ ਕਰੀ ਬੈਠੇ ਸੀਗੇ ਕਿ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦਾ ਜਦੋਂ ਜਨਮ ਦਿਨ ਮਨਾਇਆ ਜਾਣਾ ਅਤੇ ਫਿਰ ਉੱਥੇ ਯੋਗਦਾਨ ਪਾਵਾਂਗੇ, ਅਤੇ ਉਹ ਕਹਿੰਦੇ ਹੁਣੇ ਪਾ ਦਿਓ। ਮੈਂ ਬਹੁਤ ਸਿਆਣੇ ਕਥਨਕਾਰ, ਬਹੁਤ ਵਿਦਵਾਨ ਸੀਗਾ, ਉਹਦੇ ਕੋਲ ਉਹ ਬੜਾ ਗੁਰਮੁਖ ਪਿਆਰਾ ਸੀ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਮੰਨਣ ਵਾਲਾ ਸੀ। ਮੈਂ ਉਹਨਾਂ ਗੱਲ ਕਿ ਉਹ ਕਹਿੰਦਾ ਭਾਈ ਜੇ ਤੇਰਾ ਗੁਰੂ ਦੇ ਨਾਲ ਪਿਆਰ ਹੈ, ਜੇ ਗੁਰੂ ਦੇ ਨਾਲ ਤੇਰੇ ਮਨ ਵਿੱਚ ਹਿੱਤ ਹੈ, ਅਤੇ ਤੂੰ ਆਪਣੇ ਜਿੱਥੇ ਮਰਜ਼ੀ ਕਰ ਲੈ, ਭਾਵੇਂ ਘਰ ਵਿੱਚ ਕਰ ਲੈ, ਕਿਉਂਕਿ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਸੂਆ। ਤਾਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਜੀ ਸ਼ਤਾਬਦੀ 400 ਸਾਲਾ ਜਿਹੜਾ ਉਹ ਮਨਾਇਆ ਜਾਣਾ, ਉਹ ਆ ਸੰਨ 2021 ਦੇ ਵਿੱਚ। ਅਤੇ 1 ਸਾਲ ਪਹਿਲਾਂ ਜਿਵੇਂ ਸ਼ਤਾਬਦੀ ਲੰਘ ਕੇ ਗਈ ਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਪਹਿਲੇ ਪਾਤਸ਼ਾਹ ਦੀ, 1 ਸਾਲ ਪਹਿਲਾਂ ਉਹ ਸ਼ੁਰੂ ਕੀਤੀ ਗਈ ਸੀ। 5 ਤਖ਼ਤਾਂ ਦੇ ਜਿਹੜੇ ਹੈਗੇ ਆ ਤਖ਼ਤ, 5 ਤਖ਼ਤ ਆ, ਉਹਨਾਂ ਦੇ ਉੱਤੇ ਸ਼ੁਰੂਆਤ ਕੀਤੀ ਸੀ, ਔਰ ਉੱਥੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ
ਭਾਈ ਗੋਬਿੰਦ ਸਿੰਘ ਜੀ ਜਿਹੜੇ ਪ੍ਰਧਾਨ ਉਹਨਾਂ ਨੇ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਜੋ ਸਕੱਤਰ ਸਾਹਿਬ, ਉਹਨਾਂ ਨੇ ਬੜੇ ਸੁਚੱਜੇ ਢੰਗ ਦੇ ਨਾਲ, ਜਿਵੇਂ ਕਿ ਪਹਿਲਾਂ ਉਹਨਾਂ ਨੇ ਉਹ ਸਿੱਖਿਆ ਦੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੇ ਜਾਂ ਸਿੱਖਿਆਰਥੀ ਜਾਂ ਸਿੱਖਣ ਵਾਸਤੇ ਉਹਨਾਂ ਨੇ 5 ਤਖ਼ਤਾਂ ਦੇ ਉੱਤੇ ਉਹ ਲਾ ਕੇ ਕੈਂਪ ਆਯੋਜਿਤ ਕਰਕੇ ਅਤੇ ਉੱਥੇ ਫਿਰ ਸਿੱਖਿਆ ਦਿੱਤੀ ਗਈ 5 ਤਖ਼ਤਾਂ ਦੇ ਉੱਤੇ ਜਿਹੜੇ ਪਾਠੀ ਸਿੰਘ ਸੀਗੇ ਉਹਨਾਂ ਨੂੰ। ਔਰ ਉਹਨਾਂ ਦਾ ਜਿਹੜਾ ਹੈਗਾ ਸੀਗਾ ਭਾਈ ਗੁਰਦਾਸ ਜੀ ਹਾਲ, ਉੱਥੇ 31-32 ਦਿਨ ਦਾ ਸਭ ਤੋਂ ਪਹਿਲਾਂ ਸੀ ਅੰਮ੍ਰਿਤਸਰ ਦੇ ਵਿੱਚੋਂ ਇਹ ਸ਼ੁਰੂਆਤ ਕੀਤੀ ਗਈ ਸੀ। ਔਰ 5 ਤਖ਼ਤਾਂ ਦੇ ਉੱਤੇ ਹੀ ਇਹਨਾਂ ਦੇ ਜਿਹੜੇ ਹੈਗੇ ਸੀ ਬੜਾ ਸੋਹਣੇ ਢੰਗ ਦੇ ਨਾਲ ਉਹਨਾਂ ਨੇ ਉੱਥੇ ਜਿਹੜਾ ਹੈਗਾ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਬਾਣੀ ਦਾ ਸ਼ੁੱਧ ਉਚਾਰਨ ਜਾਂ ਉਹਦੀ ਜਿਹੜੀ ਉਹਨਾਂ ਨੇ ਉੱਥੇ ਇਹ ਬੜੀ ਵਧੀਆ ਇੱਕ ਬਹੁਤ ਵੱਡਾ ਉਹਨਾਂ ਨੇ ਉਪਰਾਲਾ ਕੀਤਾ ਸੀਗਾ। ਅਤੇ 350 ਜਿਹੜਾ ਉਹ ਤਾਂ ਇੱਥੇ ਹੋਇਆ ਸੀਗਾ ਆਪਣੇ ਅੰਮ੍ਰਿਤਸਰ ਦੇ ਵਿੱਚ ਕੈਂਪ ਦੇ ਵਿੱਚ, ਉੱਥੇ ਜੋ ਸ਼ੁਰੂਆਤ ਕੀਤੀ ਗਈ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੀ ਸ਼ੁੱਧ ਉਚਾਰਨ ਬਾਣੀ ਦਾ, ਔਰ ਕਿਵੇਂ ਪੜ੍ਹਨਾ ਅਤੇ ਕਿਵੇਂ ਇਸ ਨੂੰ, ਉਹ ਸਾਰਾ ਇੱਥੇ ਹੋਇਆ ਸੀਗਾ ਭਾਈ ਗੁਰਦਾਸ ਜੀ ਦੀ ਹਾਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ। ਅਤੇ ਤਖ਼ਤ ਦੇ ਜਿਹੜੇ ਹੈਗੇ ਸੀਗੇ, ਪਹਿਲਾ ਤਖ਼ਤ ਸ੍ਰੀ ਅੰਮ੍ਰਿਤਸਰ ਸਾਹਿਬ ਅਕਾਲ ਤਖ਼ਤ ਸਾਹਿਬ ਤੋਂ ਇਹ ਸ਼ੁਰੂਆਤ ਕੀਤੀ ਗਈ। ਔਰ 5 ਤਖ਼ਤਾਂ ਦੇ ਜਿਵੇਂ ਦਮਦਮਾ ਸਾਹਿਬ ਹੈ, ਔਰ ਉਸ ਤੋਂ ਬਾਅਦ ਜਿਵੇਂ 5ਵਾਂ ਤਖ਼ਤ ਆਪਣੇ ਅਨੰਦਪੁਰ ਸਾਹਿਬ ਹੈ ਜਿਹੜਾ ਤਖ਼ਤ, ਉੱਥੇ ਫਿਰ ਸੁਲਤਾਨਪੁਰ ਲੋਧੀ ਦੇ ਵਿੱਚ ਹੋਰ ਵੀ ਸਾਬੋ ਕੀ ਤਲਵੰਡੀ ਵਾਲਾ ਵੀ ਉਹਨਾਂ ਨੇ, ਇਹ ਸਾਰਿਆਂ ਦੇ ਵਿੱਚ ਉਹਨਾਂ ਨੇ ਇਹ ਜਿਹੜਾ ਉੱਥੇ 5 ਤਖ਼ਤਾਂ ਦੇ ਉੱਤੇ, ਮੇਰੇ ਖਿਆਲ ਪਟਨਾ ਸਾਹਿਬ ਦੇ ਵਿੱਚ ਵੀ ਸ਼ਾਇਦ ਇਹ ਕੀਤਾ ਹੋਊਗਾ, ਇਹ 5 ਤਖ਼ਤਾਂ ਦੇ ਉੱਤੇ ਉਹਨਾਂ ਨੇ ਕਰਕੇ ਅਤੇ ਉਹ ਮੁੱਢਲੀ ਜਿਹੜੀ ਸਿੱਖਿਆ ਦਿੱਤੀ ਸੀ ਗੁਰਦੁਆਰੇ ਦੇ ਜਿਹੜੇ, ਔਰ ਜਿਹੜੇ ਕੀਰਤਨੀਏ ਸਨ, ਜਿਹੜੇ ਕਥਾਵਾਦ ਸੀਗੇ ਜਾਂ ਕੋਈ ਜ਼ਿਆਦਾ ਕਰਕੇ ਗ੍ਰੰਥੀ ਸਿੰਘ, ਉਹ ਸੱਦ ਕੇ ਉਹਨਾਂ ਨੇ ਬੜੇ ਮਾਣ ਸਤਿਕਾਰ ਦੇ ਨਾਲੇ ਅਤੇ 32 ਦਿਨ ਦਾ ਉਹ ਸਿੱਖਿਆ ਦਿੱਤੀ। ਅਤੇ ਕਿਵੇਂ ਸ਼ੁੱਧ ਬਾਣੀ ਪੜ੍ਹਨੀ, ਸ਼ੁੱਧ ਉਚਾਰਨ ਕਿਵੇਂ ਕਰਨਾ ਹੈ, ਔਰ ਬੜੇ ਸੋਹਣੇ ਢੰਗ ਦੇ ਨਾਲ, ਕਿਉਂਕਿ ਦਾਸ ਨੇ ਵੀ ਇਹਦੇ ਵਿੱਚ 32 ਦਿਨ ਦਾ ਜਿਹੜਾ ਕੈਂਪ ਸੀ ਉਹਦੇ ਵਿੱਚ ਹਿੱਸਾ ਲਿਆ, ਔਰ 32 ਦਿਨ ਹੀ ਇਹ ਜਿਹੜੀ ਸਿੱਖਿਆ ਲਈ ਸੀਗੀ, ਕਿਉਂਕਿ 7-8 ਘੰਟੇ 9 ਘੰਟੇ ਜਿਹੜਾ ਇਹ ਰੋਜ਼ ਕਲਾਸ ਲੱਗਦੀ ਸੀਗੀ। ਬੜੇ ਸੋਹਣੇ ਢੰਗ ਦੇ ਨਾਲ ਉਹ ਅਸੀਂ ਉੱਥੋਂ ਬੜੇ ਮਹਾਨ ਵਿਦਵਾਨ ਜਿਵੇਂ ਕਿ ਸਾਬਕਾ ਜਿਹੜੇ ਹੈਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਆਪਣੇ ਜੋਗਿੰਦਰ ਸਿੰਘ ਜੀ ਵੇਦਾਂਤੀ, ਉਹਨਾਂ ਨੇ ਬੜੇ ਰੋਜ਼ ਹੀ ਤਕਰੀਬਨ ਆਉਂਦੇ ਸੀ ਉੱਥੇ, ਔਰ ਉਹਨਾਂ ਨੇ ਬੜੇ ਸੋਹਣੇ ਢੰਗ ਦੇ ਨਾਲ ਉੱਥੇ ਸ਼ੁੱਧ ਉਚਾਰਨ ਦਾ ਜਿਹੜਾ ਉਹਨਾਂ ਨੇ ਇਹ ਪਾਠੀਆਂ ਸਿੰਘਾਂ ਨੂੰ, ਔਰ ਜਿਹੜੇ ਉੱਥੇ ਕੀਰਤਨੀਏ ਸੀ ਜਾਂ ਜਿਹੜੇ ਹੋਰ ਵੀ ਜਿਨ੍ਹਾਂ ਨੇ ਹਿੱਸਾ ਲਿਆ, ਉਹਨਾਂ ਨੂੰ ਉਹਨਾਂ ਸਿੱਖਿਆ ਦਿੱਤੀ, ਉਹਨਾਂ ਦੱਸਿਆ ਵੀ ਬਾਣੀ ਕਿਵੇਂ ਉਚਾਰਨੀ ਹੈ, ਸ਼ੁੱਧ ਕਿਵੇਂ ਉਚਾਰਨੀ, ਇਹਦੀ ਲਗਾ ਮਾਤਰ, ਇਹਦੀ ਇਹ ਕਿਵੇਂ ਇਹਨੂੰ ਸ਼ੁੱਧ ਕਰਨਾ, ਕਿਵੇਂ ਇਹਦੀ ਵਿਸ਼ਰਾਮ ਦੇਣਾ, ਸਾਰਾ ਬੜੇ ਸੋਹਣੇ ਢੰਗ ਦੇ ਨਾਲ। ਉਹ ਕਹਿਣ ਤੋਂ ਭਾਵ ਕਿ ਸ਼ੁਰੂਆਤ ਉਸ ਤੋਂ ਕੀਤੀ ਗਈ। ਔਰ ਉਸ ਤੋਂ ਬਾਅਦ ਫਿਰ ਜਿਵੇਂ ਜਿੱਥੇ ਗੁਰਦੁਆਰੇ ਸਾਹਿਬ ਜਾਂ ਹੋਰ ਜਿੱਥੇ ਉਹਨਾਂ ਨੂੰ ਉਹਨਾਂ ਦੀ ਹੈਗੀ ਸੀ, ਉਹਨਾਂ ਨੇ ਮਿਥਿਆ ਸੀ, ਉੱਥੇ ਜਾ ਕੇ ਉਹਨਾਂ ਨੇ 1 ਸਾਲ ਤਕਰੀਬਨ ਉਹ ਜਿਹੜਾ ਚਲਾਇਆ ਸੀਗਾ ਕੀਰਤਨ ਦਾ ਚੱਲਦੀ ਵੀਰ, ਔਰ ਵਿਦਵਾਨਾਂ ਨੇ ਔਰ ਸੱਦਾ ਦਿੱਤਾ ਗਿਆ, ਔਰ ਬੜੀ ਤਗੜੀ ਸ਼ਤਾਬਦੀ ਉੱਥੇ ਆਪਣੇ ਹੋਈ ਸੀਗੀ, ਆਪਣੇ ਇਕੱਤਰਤਾ ਜੀ। ਬੜਾ ਵਧੀਆ ਪ੍ਰੋਗਰਾਮ ਸੀਗਾ, ਜਿਨ੍ਹਾਂ ਨੇ ਉੱਥੇ ਦਰਸ਼ਨ ਕੀਤੇ ਸੀਗੇ। ਸੁਲਤਾਨਪੁਰ ਲੋਧੀ ਦੇ ਵਿੱਚ ਲੱਖਾਂ ਕਰੋੜਾਂ ਦੀ ਗਿਣਤੀ ਦੇ ਵਿੱਚ ਉੱਥੇ ਸਿੱਖ ਸੰਗਤਾਂ ਨੇ ਪਹੁੰਚ ਕੇ ਨਮਸਤਕ ਹੋਏ। ਇਸੇ ਤਰ੍ਹਾਂ ਹੀ ਇਹ ਸ਼ਤਾਬਦੀ ਸ੍ਰੀ ਬਾਬਾ ਬਕਾਲਾ ਸਾਹਿਬ ਵਿੱਚ ਮਨਾਈ ਜਾਣੀ। ਹੁਣ ਸਮੇਂ ਦੀ ਲਿਆਕਤ ਨੂੰ ਸਮਝਦੇ ਹੋਏ ਇਹ ਮੇਰੇ ਖਿਆਲ ਵੀ ਉਹ ਦੱਸ ਰਿਹਾ ਸੀਗਾ ਜਿਹੜਾ ਨੁਮਾਇੰਦਾ ਸੀ, ਕਹਿੰਦਾ ਸੀ ਕਿ ਇਹ ਹੁਣ ਥੋੜ੍ਹਾ ਕੁ ਮਾਹੌਲ ਠੀਕ ਹੋ ਗਿਆ ਅਤੇ ਜ਼ਰੂਰ ਇਹ ਪ੍ਰਚਾਰ ਜਿਹੜਾ ਜਿਵੇਂ ਸੱਦਾ ਦੇਣਾ, ਜਿਵੇਂ ਉਹ ਸਮਾਗਮ ਹੋਣੇ ਉਹ ਹੋਣਗੇ। ਪਰ ਹੁਣ ਅਜੇ ਜਿਹੜੀ ਆ ਮਹਾਂਮਾਰੀ ਜਿਹੜੀ ਕਰੋਨਾ ਦੀ, ਇਹਦੇ ਕਾਰਨ ਕਰਕੇ ਆਪਾਂ ਬਹੁਤਾ ਇਕੱਠੇ, ਇਸ ਕਾਰਨ ਕਰਕੇ ਅਸੀਂ ਉਪਰਾਲਾ ਕੀਤਾ ਵੀ ਚਲੋ ਅਸੀਂ ਵੀ ਇੱਥੇ ਬੈਠੇ ਕੋਈ ਨਾ ਕੋਈ, ਮੈਂ ਮੈਨੂੰ ਕੋ ਇਹ ਲਿਆ ਉਹਨਾਂ ਕੋ ਥੋੜ੍ਹੇ ਕੁ ਉਹਨਾਂ ਨੂੰ
ਬੇਨਤੀ ਕੀਤੀ ਵੀ ਦੱਸੋ ਹੁਣ ਤੁਸੀਂ ਇਹਦਾ ਕੀ ਦੱਸੋ, ਤੁਸੀਂ ਸਾਨੂੰ ਥੋੜ੍ਹਾ ਕੁ ਇਹਦੀ ਜਾਣਕਾਰੀ ਦਿਓ ਵੀ ਇਹ ਠੀਕ ਹੈ। ਉਹ ਕਹਿੰਦੇ ਬਿਲਕੁਲ। ਸੋ ਮੈਂ ਇਹੀ ਉਪਰਾਲਾ ਵੈਸੇ ਜਿਹੜਾ ਮਨ ਵਿੱਚ ਆਇਆ ਕਿ ਚਲੋ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਅਸੀਂ ਹੁਣ ਤੇਰਾ ਜਿੱਥੇ ਹੁਣ ਮੈਂ ਜਾਣੀ ਕਿ ਆਪਣੇ ਘਰ ਦੇ ਵਿੱਚ ਜਿਹੜੀ ਉਹ ਭਾਈ ਗੁਰਦਾਸ ਦੀਆਂ ਵਾਰਾਂ ਦੇ ਮੁਤਾਬਕ ਦੱਸੇ ਨਾ, ਘਰ ਘਰ ਅੰਦਰ ਧਰਮਸਾਲ ਹੋਏ ਕੀਰਤਨ ਸਰਬ ਸੋ, ਉਹਦੇ ਮੁਤਾਬਕ ਮੈਂ ਇਹ ਸ਼ੁਰੂਆਤ ਕੀਤੀ। ਹੁਣ ਮੈਂ ਮੂਲ ਮੰਤਰ ਦਾ ਜਾਪ ਜਿਹੜਾ ਵਾ ਇੱਥੋਂ ਸ਼ੁਰੂ ਕਰ ਦਿੰਦਾ। ਇਹ ਮੂਲ ਮੰਤਰ ਸ੍ਰੀ ਜਪਜੀ ਸਾਹਿਬ ਜੀ ਦਾ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉਹਨਾਂ ਦੇ ਉਚਾਰਿਆ ਹੋਇਆ, ਅਤੇ ਇੱਥੋਂ ਸ਼ੁਰੂਆਤ ਕਰਕੇ, ਕਿਉਂਕਿ ਸਭ ਤੋਂ ਵੱਡਾ ਇਹੀ ਮੁੱਢ ਹੈ। ਮੂਲ ਮੰਤਰ ਜਿਹੜਾ ਵਾ ਇਹੀ ਸਿੱਖੀ ਸਿਧਾਂਤ ਔਰ ਜੀਵਨ ਦਾ ਮੰਤਵ ਲਾ ਲਓ ਜਾਂ ਸਾਰਾ ਹੀ ਕੁਛ ਇਹਦੇ ਵਿੱਚ ਹੀ ਆ ਜਾਂਦਾ ਹੈ। ਮੁਕਤਤਾ ਦੀ ਸੰਸਾਰ ਦੀ ਜਿਹੜੀ ਇਹ ਕਾਰਨ ਕਰਕੇ ਇਹ ਮੂਲ ਮੰਤਰ ਜਿਹੜਾ ਵਾ ਇਹ ਜਿਹੜੀ ਆਪ ਜੀ ਨੂੰ ਇਹਦੀ ਸ਼ੁਰੂਆਤ ਦੇ ਵਿੱਚ ਇਸ ਮੂਲ ਮੰਤਰ ਦੀ ਜਿਹੜੀ ਸ਼ੁਰੂਆਤ ਉਹ ਪੜ੍ਹ ਕੇ ਅਤੇ ਇਸ ਤੋਂ ਸ਼ੁਰੂਆਤ ਕਰਨੀ। ਕੁਝ ਸ਼ੁਰੂ ਵੀ ਕੀਤਾ ਗਿਆ, ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਕੀਤੇ ਗਏ ਆ, ਔਰ ਉਹ ਕਾਫੀ ਦਿਨ ਦੇ ਉਦੋਂ ਦੇ ਜਿੱਦਣ ਦੇ 5 ਵਿਸਾਖ ਸੀ ਉਦੋਂ ਤੋਂ ਸ਼ੁਰੂ ਕੀਤਾ ਗਿਆ ਸੀਗਾ। ਔਰ ਇਹ ਲਗਾਤਾਰ ਨਿਰੰਤਰ ਜਿਹੜੀ ਬਾਣੀ ਦਾ ਜਾਪ, ਅਤੇ ਅੱਜ ਦਾ ਜੇ ਸ਼ੁਰੂਆਤ ਦਾ ਜਿਹੜਾ ਇੱਥੋਂ ਮੈਂ ਦਾਸ ਕਰ ਰਿਹਾ ਮੂਲ ਮੰਤਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਸ੍ਰੀ ਜਪਜੀ ਸਾਹਿਬ ਦੇ ਵਿੱਚ ਉਚਾਰਨ ਕੀਤਾ ਸੀ, ਉਹਦਾ ਉੱਤੋਂ ਸ਼ੁਰੂਆਤ ਕਰਕੇ, ਅਤੇ ਇਹ ਪਾਤਸ਼ਾਹ ਕਿਰਪਾ ਕਰੇ 2021 ਤੱਕ ਇਹ ਨਿਭਾਉਣ ਦਾ ਟੀਚਾ ਜਾਂ ਸੰਕਲਪ ਕੀਤਾ। ਪਾਤਸ਼ਾਹ ਕਿਰਪਾ ਕਰੇ। ਅਤੇ ਇਹ ਮੂਲ ਮੰਤਰ ਦਾ ਜਾਪ ਇਉਂ ਹੈ। ਮੂਲ ਮੰਤਰ ਇੱਕ ਓਂਕਾਰ ਸਤਿ, ਇੱਕ ਓਂਕਾਰ, ਇੱਕ ਓਂਕਾਰ, ਇੱਕ ਓਂਕਾਰ, ਇੱਕ ਓਂਕਾਰ, ਇੱਕ ਓਂਕਾਰ, ਇੱਕ ਓਂਕਾਰ। ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗ ਆਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ। ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ। ਆਦਿ ਸੱਚ ਜੁਗ ਆਦਿ ਸੱਚ ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਵਾਹਿਗੁਰੂ 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 ਵਾਹਿਗੁਰੂ। ਇਹ ਹੈ ਮੂਲ ਮੰਤਰ ਜਿਹੜਾ ਸ਼ੁਰੂਆਤ ਕੀਤੀ ਇਸ ਪਾਤਸ਼ਾਹ ਕਿਰਪਾ ਕਰੇ ਗੁਰੂ ਨਾਨਕ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ। ਇਸੇ ਤਰ੍ਹਾਂ ਹੀ ਆਪਾਂ ਇਹ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ, ਸੱਚੇ ਪਾਤਸ਼ਾਹ ਇਹ ਆਪ ਜੀ ਦਾ ਕਾਰਜ ਨਿਭਾ ਲਿਓ, ਕਿਉਂਕਿ ਦਾਸ ਨੇ ਇਹ ਤਾਂ ਵੈਸੇ ਕਾਫੀ ਸਿਰ ਦੇ ਸੁਖਮਨੀ ਸਾਹਿਬ ਦੇ ਸ਼ੁਰੂ ਪਾਠ ਕੀਤੇ ਆ। ਜਿਹੜਾ ਕੋਈ ਤਕਰੀਬਨ ਇਹ ਪਾਠ 1000 ਤੋਂ ਉੱਪਰ ਸੁਖਮਨੀ ਸਾਹਿਬ ਜੀ ਦਾ ਪਾਠ ਹੋ ਗਿਆ ਵਾ। ਅਤੇ ਅਜੇ ਹੋਰ ਵੇਖੋ ਜਿੰਨੀਆਂ ਪਾਤਸ਼ਾਹ ਕਿਰਪਾ 1000 ਜਿਹੜਾ ਸੁਖਮਨੀ ਸਾਹਿਬ ਜੀ ਦਾ ਪਾਠ ਦਾਸ ਨੇ ਕਰ ਦਿੱਤਾ ਹੈ, ਕਿਉਂਕਿ ਕਾਫੀ ਚਿਰ ਦੀ ਸ਼ੁਰੂਆਤ ਕੀਤੀ ਇਹਦੀ। ਜਿੰਨੇ ਵੀ ਰੋਜ਼ ਹੁੰਦੇ ਪਾਠ 5 10 ਜਾਂ ਵੱਧ ਵੀ ਹੋ ਜਾਂਦੇ ਆ, 2 ਵੀ ਹੋ ਜਾਂਦੇ, ਕਈ ਵਾਰ 11 ਪਾਠ ਵੀ ਉਹਦੇ ਕਾਰਨ ਕਰਕੇ ਇਹ ਪਾਤਸ਼ਾਹ ਕਿਰਪਾ ਕਰੇ ਦਾਸ ਨੇ ਕਾਫੀ ਚਿਰ ਤੋਂ ਸ਼ੁਰੂ ਕੀਤਾ ਵਾ। ਅਤੇ ਉਹ ਸੁਖਮਨੀ ਸਾਹਿਬ ਦੇ ਪਾਠ ਜਿਹੜੇ ਆ ਉਹ ਨਿਰੰਤਰ ਚੱਲਣਗੇ। ਇਹ 1100 ਸੁਖਮਨੀ ਸਾਹਿਬ ਜੀ ਦਾ ਪਾਠ ਜਿਹੜਾ ਵਾ
ਉਹਦਾ ਲਾਇਆ ਕਿ 1100 ਪਾਠ ਜਿਹੜਾ ਇਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਸਮਰਪਿਤ ਕਰਨੇ ਆ। ਅਤੇ ਜਿੰਨੀ ਕੁ ਪਾਤਸ਼ਾਹ ਕਿਰਪਾ ਕਰਦੇ ਉਹ ਆ ਥੋੜ੍ਹੀ ਜਦੋਂ ਮਾਹੌਲ ਠੀਕ ਹੋਵੇਗਾ ਹੋਰ ਵਾਧਾ ਵੀ ਕਰ ਦਾਂਗੇ ਇਹ ਕਰਨ ਨੂੰ। ਅਤੇ ਜੇ ਰਾਤ ਦਿਨ ਜੇ ਕਰੀਏ ਤਾਂ ਫਿਰ 100 ਪਾਠ ਵੀ ਹੋ ਜਾਂਦਾ, 51 ਪਾਠ ਤਾਂ ਆਮ ਹੋ ਜਾਂਦੇ, ਦੂਜੇ ਤੀਜੇ ਨੇ ਭੋਗ ਪੈ ਜਾਂਦਾ ਇਹਦਾ। ਕਹਿਣ ਤੋਂ ਬਾਅਦ ਲਗਾਤਾਰ ਸੁਖਮਨੀ ਸਾਹਿਬ ਜੀ ਦੇ ਪਾਠ ਜਿਹੜੇ ਆ ਉਹ ਹੋਣਗੇ। ਅਤੇ ਇਹ 1100 ਪਾਠ ਜਿਹੜੇ ਆ ਇਹ ਤਾਂ ਮੇਰੇ ਖਿਆਲ ਵੀ ਛੇਤੀ ਹੋ ਜਾਣੇ, ਕਿਉਂਕਿ ਇਹਦੀ ਜਿੰਨੀ ਕੁ ਦਾਸ ਨੇ ਆਪ ਕੀਤੀ ਆ ਗਿਣਤੀ, ਜਿੰਨੇ ਕੋਈ ਪਾਠ ਸ਼ੁਰੂ ਕੀਤੇ ਆ ਉਹ ਸਾਰੇ ਸਮਰਪਿਤ ਇਹਨੂੰ ਕਰ ਦੇਣੇ ਆ ਕਿ ਦਾਸ ਉੱਦਾਂ ਵੀ ਸਰਬੱਤ ਦੇ ਭਲੇ ਵਾਸਤੇ ਜਿਹੜਾ ਪਾਠ ਸ਼ੁਰੂ ਕੀਤੇ ਕਾਫੀ ਚਿਰ ਦੇ, ਜਿਹਦੇ ਵਿੱਚ ਇਹ ਕੋਈ ਗਿਣਤੀ ਜਿਹੜੀ 700 ਦੇ ਉੱਪਰ ਪਹੁੰਚ ਗਈ ਸੁਖਮਨੀ ਸਾਹਿਬ ਜੀ ਦੇ ਪਾਠ ਦੇ। ਔਰ ਜੇ ਮਹਾਰਾਜ ਨੇ ਕਿਰਪਾ ਕੀਤੀ ਨਾ ਜਿਵੇਂ ਆ ਚੱਲਣ ਡਿਆ 2100 ਪਾਠ ਤੱਕ ਵੀ ਚਲਾਇਆ ਵੀ 2100 ਪਾਠ ਸ੍ਰੀ ਸੁਖਮਨੀ ਸਾਹਿਬ ਜੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਇਸ 400 ਸਾਲ ਨੂੰ ਸਮਰਪਿਤ ਕਰਨੇ। ਭਾਈ ਇੱਕ ਗੱਲ ਯਾਦ ਰੱਖਿਓ, ਜਿਹਦੀ ਜੇ ਵਿਦਵਾਨਾਂ ਦੀ ਗੱਲ ਕਰੀਏ ਨਾ ਤਾਂ ਬੜੇ ਸੋਹਣੇ ਵਿਚਾਰ ਦਿੰਦੇ ਆ। ਔਰ ਜਿੰਨੇ ਵੀ ਗੁਰੂ ਤੇਗ ਪਾਤਸ਼ਾਹ ਜੀ ਦੀ ਬਾਣੀ ਉਹ ਵੀ ਦੱਸ ਰਹੀ ਹੈ ਕਿ ਇਹ ਨਹੀਂ ਕਿ ਜ਼ਰੂਰੀ ਆਪਾਂ ਵਿਖਾਲਾ ਹੀ ਵਿਖਾਲਣਾ ਵਾ, ਜੇ ਅੰਦਰ ਦੇ ਵਿੱਚ ਉਹਦੇ ਹੈਗੇ ਨਾ ਪਾਤਸ਼ਾਹ ਜੀ ਦੀ ਸੱਚੇ ਪਾਤਸ਼ਾਹ ਦੀ ਲਗਨ ਅਤੇ ਕੋਈ ਆਪਾਂ ਇਕੱਲੇ ਵੀ ਕਰ ਸਕਦੇ। ਹੁਣ ਜਿੰਨਾ ਵੀ ਜੇ ਆਪਾਂ ਇਤਿਹਾਸ ਪਿਛਲਾ ਲਾਉਂਦੇ ਹਾਂ ਜਾਂ ਆਪਾਂ ਪਿਛਲੀਆਂ ਭਗਤਾਂ ਦੀਆਂ ਜਾਂ ਗੁਰੂ ਸਾਹਿਬਾਨਾਂ ਦੀ ਜਿਨ੍ਹਾਂ ਨੇ ਆਪਣਾ ਨਾਮ ਜਪਿਆ ਜਾਂ ਸਿਮਰਨ, ਉਹ ਕੋਈ ਢਾਣੀਆਂ 'ਚ ਥੋੜ੍ਹਾ ਬਿਨ ਇਕੱਲਿਆਂ ਨੇ ਜਾਪ ਕਰਦੇ ਹੁੰਦੇ ਸੀਗੇ, ਇਕਾਂਤ ਵਿੱਚ ਕਰਦੇ ਸੀਗੇ। ਜਿੰਨੀਆਂ ਤੁਸੀਂ ਪਿਛਲੀਆਂ ਸਾਰੀਆਂ ਲੈ ਲਓ ਜੀਵਨ ਦੀਆਂ ਜੋ ਵੀ ਲਿਖਤਾਂ ਉਹਦੇ ਵਿੱਚ ਗ੍ਰੰਥਾਂ ਦੇ ਲੈ ਲਿਓ, ਇਕੱਲਾ ਕਰਦਾ। ਜਿੰਨੇ ਯੁੱਗ ਆ ਤ੍ਰੇਤਾ ਦੁਆਪਰ ਯੁੱਗ ਦੇ ਸਾਰੇ ਜਿੱਥੇ ਮਰਜੀ ਰਿਸ਼ੀ ਮੁਨੀ ਸਰ ਇਕੱਲਾ ਇਹ ਕੋਈ ਜ਼ਰੂਰੀ ਨਹੀਂ। ਕਈ ਵਾਰ ਕਹਿੰਦੇ ਲਓ ਜੀ ਇਹ ਕੀ ਕੋਈ ਕਈ ਇਹਨਾਂ ਇਹ ਗੱਲ ਦਾ ਤਰਕ ਵੀ ਕਰਨਾ ਵੀ ਇਹ ਕੀ ਹਿਸਾਬ ਦਾ ਤੈਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਜੇ ਤੇਰੇ ਅੰਦਰ ਦੇ ਵਿੱਚ ਆਤਮਾ ਦੇ ਵਿੱਚ ਸਾਡੇ ਨਾਲ ਹਿੱਤ ਆ ਨਾ, ਅਤੇ ਪਾਤਸ਼ਾਹ ਕਹਿੰਦੇ ਫਿਰ ਅਸੀਂ ਤੇਰੇ ਅੰਗ ਸੰਗ। ਹੁਣ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੇ ਆਪਾਂ ਲਾ ਲਿਓ ਸਾਹਿਬ ਵੀ 26 ਸਾਲ 9 ਮਹੀਨੇ 13 ਦਿਨ ਉਹ ਇਕਾਂਤ ਵਿੱਚ ਇਕੱਲੇ ਕਰਦੇ ਸੀ ਸਾਹਿਬ। ਉਹਨਾਂ ਕੋਈ ਤਾਂ ਟੋਲੀਆਂ ਥੋੜ੍ਹਾ ਬਣਾਈਆਂ ਸੀਗੀਆਂ, ਉਹਨਾਂ ਕੋਈ ਐਸਾ ਕੋਈ ਉਹ ਤਾਂ ਇਕੱਲੇ ਹੀ ਕਰਦੇ ਸੀ ਨਾ ਜਾਪ, ਉਹਨਾਂ ਨੇ ਇਕੱਲਿਆਂ ਨੇ ਜਾਪ ਕੀਤਾ। ਇਸ ਕਾਰਨ ਕਰਕੇ ਜਾਪ ਜਿਹੜਾ ਹੋ ਸਕਦਾ ਵਾ। ਅਤੇ ਦਾਸ ਨੇ ਜਿਹੜੀ ਅੱਜ ਇਹ ਸ਼ੁਰੂਆਤ ਕੀਤੀ ਆ, ਕਿਉਂਕਿ ਮੈਂ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜਿਹੜਾ ਸਮਾਂ ਆ ਗਿਆ ਇਹਨੇ ਚੱਲ ਮਹਾਰਾਜ ਨੇ ਕਿਰਪਾ ਕਰ ਹੀ ਦੇਣੀ, ਠੀਕ ਜੇ ਜੀਵਨ ਰਿਹਾ ਤਾਂ ਫਿਰ ਸਭ ਕੁਝ ਹੋ ਜਾਣਾ। ਅਤੇ ਇਸ ਕਾਰਨ ਕਰਕੇ ਇਹ ਉਸ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨਵੇਂ ਪਾਤਸ਼ਾਹ ਜੀ ਦੇ ਜਿਹੜਾ ਉਹਨਾਂ ਦਾ ਜਨਮ ਦਿਹਾੜਾ ਵਾ, ਸ਼ਤਾਬਦੀ ਆ 400 ਸਾਲਾ 2021 ਦੇ ਵਿੱਚ 5 ਵਿਸਾਖ ਨੂੰ ਆਉਣਾ ਵਾ। ਅਤੇ ਉਹਦੇ ਮਤਲਬ ਕਿ ਜਿਹੜਾ ਸ਼ੁਰੂਆਤ ਕੀਤੀ ਹੈ। ਅਤੇ ਮਹਾਰਾਜ ਕਿਰਪਾ ਕਰੇ ਆਪ ਜੀ ਨੂੰ, ਕਿਉਂਕਿ ਦਾਸ ਕੋਈ ਹੋਰ ਸਿਸਟਮ ਜਿਹੜਾ ਹੋਰ ਤਾਂ ਕੋਈ ਹੈ ਨਹੀਂ ਗਾ। ਜੇ ਮਹਾਰਾਜ ਪਾਤਸ਼ਾਹ ਕਿਰਪਾ ਕਰੇ ਤਾਂ ਜਿਵੇਂ ਪਹਿਲਾਂ ਜਨਵਰੀ ਤੋਂ ਵੈਸੇ ਸ਼ੁਰੂ ਕੀਤਾ ਹੋਇਆ ਵਾ, ਕਿਉਂਕਿ 41 ਦਿਨ ਦਾ ਇੱਕ ਥਾਂ 'ਤੇ ਜਾਪ ਕੀਤਾ ਦਾਸ ਨੇ, ਫਿਰ 21 ਦਿਨ ਦਾ ਇੱਕ ਥਾਂ ਜਾਪ ਕੀਤਾ ਸੀ ਕੀਰਤਨ ਦੇ ਰਾਹੀਂ। ਹੁਣ ਵੀ ਇਹ ਹੈ ਵੀ ਜੇ ਤਾਂ ਕੋਈ ਸਮਾਂ ਮਿਲ ਗਿਆ, ਜੇ ਕਿਤੇ ਜਿਵੇਂ ਕਿ ਗੁਰਦੁਆਰਾ ਸਾਹਿਬ ਜਾਂ ਕਿਤੇ ਉੱਥੇ, ਫਿਰ ਨਹੀਂ ਤਾਂ ਘਰ ਦੇ ਵਿੱਚ ਬੈਠੇ ਮਹਾਰਾਜ ਕਿਰਪਾ ਕਰੇ ਲਾਈਵ ਵੀ ਜਿਹੜੀਆਂ ਇਸ ਤਰ੍ਹਾਂ ਹੈਗਾ ਆਪਣੇ ਕੋਲ ਸਿਸਟਮ, ਉਹਦੇ ਰਾਹੀਂ ਆਪ ਜੀ ਨੂੰ ਇਹਦਾ ਜਿਵੇਂ ਜਾਪ ਦਾ ਦੱਸੀ ਜਿਆ ਕਰਾਂਗੇ ਵੀ ਆਹ ਜਾਪ ਹੋਇਆ ਹੋ ਸਕਦਾ। ਮਹਾਰਾਜ ਕਿਰਪਾ ਕਰੇ ਜਿੰਨੀ ਕੁ ਮੱਤ ਬਖਸ਼ੀ ਆ, ਮੈਂ ਐਡਾ ਵਿਦਵਾਨ ਤਾਂ ਹੈ ਨਹੀਂ ਗਾ ਜਾਂ ਮੈਂ ਐਡਾ ਕੋਈ ਵੱਡਾ ਹੈ ਨਹੀਂ ਗਾ। ਮੈਂ ਤਾਂ ਸਿਰਫ ਇੱਕ ਗੁਰੂ ਪਾਤਸ਼ਾਹ ਜੀ ਦੇ ਪ੍ਰੇਮ ਪਿਆਰ ਦਾ ਵਜ੍ਹਾ ਜਿੰਨੀ ਕੁ ਮੇਰੀ ਮੱਤ ਜਿੰਨਾ ਕੁ ਮੈਨੂੰ ਆਉਂਦਾ ਮੈਂ ਓਨਾ ਕੁ ਇਹਦੇ ਵਿੱਚ ਕਥਾ ਦੇ ਵਿਚਾਰ ਦੇ ਵਿੱਚ ਜਾਂ ਕੀਰਤਨ ਕਰਕੇ ਕੋਈ ਦਾਸ ਸਾਰੀਆਂ ਇੰਨੀਆਂ ਕੁ ਮਹਾਰਾਜ ਦੀ ਬਖਸ਼ਿਸ਼ਾਂ ਵੀ ਹਾਰਨੀਆਂ ਵੀ ਜਾਂ ਕੀਰਤਨ ਉਹ ਵੀ ਕਰ ਲਈਦਾ, ਔਰ ਕਥਾ ਵਿਚਾਰ ਵੀ ਜਿੰਨੀ ਕੁ ਹੁੰਦੀ ਉਹ ਮੱਤ ਦੇ ਮੁਤਾਬਕ ਕਰ ਲਈਦੀ। ਪਾਤਸ਼ਾਹ ਕਿਰਪਾ ਕਰੇ ਇਸੇ ਤਰ੍ਹਾਂ ਹੀ ਆਹ ਮੂਲ ਮੰਤਰ ਸ਼ੁਰੂਆਤ ਕੀਤਾ। ਅੱਜ ਦਾ ਜਿਹੜਾ ਇਹ ਮੂਲ ਮੁੱਦਾ ਕਿ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਜਿਹੜਾ 2021 ਦੇ ਵਿੱਚ ਆਉਣਾ ਹੈ ਸ਼ਤਾਬਦੀ, ਉਹਨੂੰ ਸਮਰਪਿਤ ਇਹ ਜਿਹੜਾ ਸ਼ੁਰੂਆਤ ਕਰਨਾ ਸਰਬੱਤ ਦੇ ਭਲੇ ਵਾਸਤੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਹੈ ਭਲਾ। ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕਰਨ ਸਤਿਗੁਰੂ ਕਿਰਪਾ ਕਰੋ, ਅੱਜ ਜਿਹੜੀ ਹੈਗੀ ਆ ਮਹਾਂਮਾਰੀ ਕਰੋਨੀ ਇਹਦਾ ਨਾਸ਼ ਕਰ ਦਿਓ, ਖਾਤਮਾ ਕਰ ਦਿਓ, ਅਤੇ ਆਪਾਂ ਫਿਰ ਸਾਰੇ ਸੰਸਾਰ ਦੇ ਵਿੱਚ ਬੜੇ ਸੁਖੀ ਆਪਣਾ ਜੀਵਨ ਜਿਹੜਾ ਬਤੀਤ ਕਰੇ। ਇਸ ਕਾਰਨ ਕਰਕੇ ਇਹ ਜਿਹੜੀ ਬੇਨਤੀ ਹੈ ਪ੍ਰਵਾਨ ਕਰਿਓ।
ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਅੱਜ ਸ਼ੁਰੂਆਤ ਕੀਤੀ ਆ। ਕੁਝ ਇੱਥੇ ਇੱਕ ਮੇਰਾ ਅਜੀਜ਼ ਬਹੁਤ ਵਧੀਆ ਸੋਹਣਾ ਕੀ ਕਰਦਾ ਕਥਾ ਇਸੇ ਨਗਰ ਦਾ, ਅਤੇ ਉਹਨੇ ਸ਼ੁਰੂਆਤ ਕੀਤੀ ਆ। ਅਤੇ ਹੋਰ ਮੈਂ ਇੱਕ ਦੋ ਗੁਰਮੁਖਾਂ ਨਾਲ ਵਿਚਾਰ ਕੀਤੀ ਸੀ ਔਰ ਕਰ ਰਿਹਾ ਵੀ ਆਪਾਂ ਇਸੇ ਤਰ੍ਹਾਂ ਮਨਾ ਲਈਏ, ਕੋਈ ਜ਼ਰੂਰੀ ਨਹੀਂ ਕੱਥਰਤਾ ਦੇ ਵਿੱਚ ਆਪਾਂ ਇੱਦਾਂ ਇਕੱਲੇ ਇਕੱਲੇ ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਰਬ ਸੋਭਾ, ਇਸ ਕਾਰਨ ਕਰਕੇ ਸ਼ੁਰੂਆਤ ਕੀਤੀ ਆ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਹੈ।